नहीं सवाल तो इक्को जिहे ही है सारिਆਂ ਦੇ ਵੀ ਕੀ ਤੁਸੀਂ ਉੱਥੇ ਜੋ ਹੋਇਆ ਤੁਸੀਂ ਸਾਨੂੰ ਬਿਆਨ ਕਰ ਦਿਓ। ਜੋ ਸਾਡੀਆਂ ਸਟੇਟਮੈਂਟਾਂ ਨੇ ਪਹਿਲਾਂ ਵੀ ਉਹੀ ਸੀ ਤੇ ਅੱਜ ਵੀ ਉਹੀ ਨੇ। ਜੋ ਅਸੀਂ ਉਸ ਵੇਲੇ ਹੋਇਆ ਸੀ ਉਹ ਸੱਚ ਆਪਣਾ ਬਿਆਨ ਕਰ ਦਿੱਤਾ, ਪਹਿਲਾਂ ਵੀ ਕਰਦੇ ਰਹੇ ਆ, ਇਸ ਵਾਰੀ ਵੀ ਕਰਕੇ ਆਏ। ਪਰ ਮੈਂ ਉਹਨਾਂ ਇਹੀ ਕਹਿਣਾ ਚਾਹੁੰਦਾ ਸੀ ਵੀ ਬੇਅਦਬੀਆਂ ਤਾਂ ਬਹੁਤ ਥਾਵਾਂ ਤੇ ਹੁੰਦੀਆਂ ਨੇ, ਅੱਜ ਵੀ ਹੋ ਰਹੀਆਂ ਨੇ, ਪਰ ਉਸ ਵੇਲੇ ਬਕਾਇਦਾ ਇਸ਼ਤਿਹਾਰ ਲਾ ਕੇ, ਪੋਸਟਰ ਛਾਪ ਕੇ, ਚੈਲੰਜ ਕਰਕੇ ਉਹ ਸਾਰਾ ਕੁਝ ਕੀਤਾ ਸੀ। ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਕੋਟਕਪੂਰਾ ਗੋਲੀकांड ਦਾ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆਇਆ ਹੋਇਆ ਹੈ। SIT ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕੋਲੋਂ ਪਟਿਆਲਾ ਦੇ ਸਰਕਟ ਹਾਊਸ ਵਿਖੇ ਕਈ ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਦਰਅਸਲ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਸਮੇਤ ਪੰਥਪ੍ਰੀਤ ਸਿੰਘ ਵੱਲੋਂ ਕੋਟਕਪੂਰਾ ਗੋਲੀकांड ਤੋਂ ਪਹਿਲਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਏ ਗਏ ਧਰਨੇ ਦੀ ਅਗਵਾਈ ਕੀਤੀ ਜਾ ਰਹੀ ਸੀ। ਉਸੇ ਸਬੰਧ ਵਿੱਚ ਉਹਨਾਂ ਪਾਸੋਂ ਗਵਾਹ ਦੇ ਤੌਰ ਤੇ ਪੁੱਛਗਿੱਛ ਕੀਤੀ ਗਈ ਹੈ। ਕਾਬਲੇ ਗੌਰ ਹੈ ਕਿ ਕਈ ਘੰਟੇ ਦੀ ਪੁੱਛਗਿੱਛ ਮਗਰੋਂ ਸਰਕਟ ਹਾਊਸ ਦੇ ਵਿੱਚੋਂ ਬਾਹਰ ਨਿਕਲੇ ਢੱਡਰੀਆਂ ਵਾਲਿਆਂ ਨੇ ਪਰਮੇਸ਼ਵਰ ਦੁਆਰ ਪਹੁੰਚ ਕੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਆਖਿਆ ਕਿ ਮੇਰੇ ਕੋਲੋਂ ਇਸ ਮਾਮਲੇ ਦੇ ਵਿੱਚ 4 ਵਾਰ ਪੁੱਛਗਿੱਛ ਹੋ ਗਈ ਹੈ। ਜਿਹੜੇ ਬਿਆਨ ਉਹਨਾਂ ਨੇ ਪਹਿਲਾਂ ਦਿੱਤੇ ਸੀ, ਅੱਜ ਵੀ ਉਹਨਾਂ ਨੇ ਉਹੀ ਬਿਆਨ ਦਿੱਤੇ ਨੇ। ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਦੋਸ਼ੀ ਬਾਰੇ ਪੁੱਛਿਆ ਤਾਂ ਉਹਨਾਂ ਨੇ ਆਖਿਆ ਕਿ ਪ੍ਰਸ਼ਾਸਨ ਅਤੇ ਸਰਕਾਰ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ। ਕੋਲ ਬਹਾਨਾ ਹੋ ਜਾਏਗਾ ਵੀ ਹੁਣ ਇਹ ਹੀ ਨਹੀਂ, ਗਵਾਹ ਹੀ ਨਹੀਂ ਆਏ। ਜਿਹੜੇ ਉਸ ਵੇਲੇ ਮੌਕੇ ਦੇ ਗਵਾਹ ਸੀ ਉਹਨਾਂ ਨੂੰ ਜਾਣਾ ਚਾਹੀਦਾ ਹੈ, ਵੇਖਣਾ ਚਾਹੀਦਾ ਹੈ, ਔਰ ਉਮੀਦ ਅਸੀਂ ਕਦੇ ਵੀ ਨਹੀਂ ਛੱਡ ਸਕਦੇ। ਉਮੀਦ ਤਾਂ ਕਰਦੇ ਹੀ ਆ ਕਿ ਉਹਦਾ ਇਨਸਾਫ ਮਿਲੇਗਾ। ਰਾਜਨੀਤਿਕ ਪਾਰਟੀਆਂ ਨੂੰ ਸਿਆਸੀ ਮੁੱਦੇ ਵਜੋਂ ਭਾਲ ਰਹੀਆਂ, ਤੁਹਾਨੂੰ ਕੀ ਲੱਗਦਾ ਭਾਲਣਾ ਚਾਹੀਦਾ ਜਦ ਕਿ ਧਰਮ ਦੀ ਗੱਲ ਹੈ? ਨਹੀਂ, ਗੱਲ ਧਰਮ ਦੀ ਇਹ ਤਾਂ ਸਾਰਿਆਂ ਨੂੰ ਸੋਚਣਾ ਹੀ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਸਾਂਝੇ ਹਨ ਤੇ ਇੱਕ ਚੈਲੰਜ ਕਰਕੇ ਇਸ਼ਤਿਹਾਰ ਲਾ ਕੇ ਤੇ ਜਦੋਂ ਤੁਸੀਂ ਬੇਅਦਬੀ ਕਰੋਗੇ ਗੁਰੂ ਗ੍ਰੰਥ ਸਾਹਿਬ ਦੀ ਤਾਂ ਉਹ ਬੜਾ ਵੱਡਾ ਮੁੱਦਾ ਸੀ ਔਰ ਇਹ ਕਿਸੇ ਦਾ ਵੀ ਨਹੀਂ ਹੋਣਾ ਚਾਹੀਦਾ। ਤਾਂ ਇਹ ਮੁੱਦਾ ਤਾਂ ਹੈਗਾ ਹੀ ਹੈ। ਉਸ ਵੇਲੇ ਦੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਨਾਲੇ ਉਸ ਵੇਲੇ ਤਾਂ ਜਿਹਨੂੰ ਅਸੀਂ ਆਪਣੀ ਸਰਕਾਰ ਕਹਿੰਦੇ ਹਾਂ, ਸਿੱਖਾਂ ਦੀ ਸਰਕਾਰ ਸੀ, ਉਸ ਵੇਲੇ ਤਾਂ ਚਾਹੀਦਾ ਸੀ ਇਹਨਾਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਇਨਸਾਫ ਹੈ, ਜੋ ਬੇਅਦਬੀ ਉੱਥੇ ਹੋਈ ਸੀ, ਉਹਦਾ ਇਨਸਾਫ ਸਹੀ ਤਰੀਕੇ ਨਾਲ ਦਿੱਤਾ ਜਾਣਾ ਚਾਹੀਦਾ ਸੀ। ਉਹਦਾ ਮਾਸਟਰ ਮਾਈਂਡ ਲੱਭਣ ਦੀ ਬਜਾਏ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਮਾਸਟਰ ਮਾਈਂਡ ਲੱਭਣ ਦੀ ਬਜਾਏ ਰੋਸ ਧਰਨੇ ਵਿੱਚ ਬੈਠੀਆਂ ਸੰਗਤਾਂ ਉੱਤੇ ਲਾਠੀ ਚਾਰਜ ਕਰ ਦਿੱਤਾ ਗਿਆ, ਜੋ ਕਿ ਬੜਾ ਗਲਤ ਸੀ। ਹੋਰ ਵੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਲਗਾਤਾਰ ਜਾਰੀ ਨੇ, ਤੁਹਾਨੂੰ ਲੱਗਦਾ ਕੋਈ ਏਜੰਸੀਆਂ ਦੇ ਕੰਮ ਨਹੀਂ? ਉਹ ਤਾਂ ਹੁਣ ਇਹਨਾਂ ਨੇ ਘੋਖ ਕਰਨੀ ਹੈ ਜੀ ਕਿ ਕੌਣ ਕਰਾ ਰਿਹਾ, ਇਹਦੇ ਪਿੱਛੇ ਕੌਣ ਹੋ ਸਕਦਾ। ਉਹ ਤਾਂ ਚਾਹੀਦਾ ਇਹਨਾਂ ਨੂੰ, ਏਜੰਸੀਆਂ ਹੀ ਹੋ ਸਕਦੀਆਂ ਨੇ ਜਾਂ ਕੋਈ ਕੁਛ ਵੀ ਹੋ ਸਕਦਾ। ਮਤਲਬ ਅਸੀਂ ਨਹੀਂ ਕਹਿ ਸਕਦੇ ਵੀ ਕੌਣ ਹੈ, ਪਰ ਇਹ ਤਾਂ ਸਰਕਾਰ ਨੂੰ ਲੱਭਣਾ ਚਾਹੀਦਾ ਸੀ। ਹਾਂਜੀ, ਉਸ ਵੇਲੇ ਕਿਹਾ ਜਾਂਦਾ ਸੀ ਕਿ ਜਿਹੜਾ ਹੁਕਮ ਹੋਇਆ ਸੀਗਾ ਧਰਨਾ ਚੱਕਣ ਦਾ ਐਸਡੀਐਮ ਦਾ ਹੁਕਮ ਸੀਗਾ, ਬਾਕੀ ਐਸਡੀਐਮ ਦਾ ਹੁਕਮ ਸੀਗਾ ਜਾਂ ਕਿ ਪੁਲਿਸ ਨੂੰ ਧੱਕਾ ਦਿੱਤਾ ਗਿਆ? ਮੇਰਾ ਮੰਨਣਾ ਇਹ ਹੈ ਜੀ, ਮੈਂ ਉੱਥੇ ਵੀ ਸਿੱਟ ਵਿੱਚ ਬੋਲ ਕੇ ਆਇਆ ਬਈ ਪੱਤਾ ਵੀ ਹਿੱਲਦਾ ਆ ਉਹਦਾ ਸਰਕਾਰ ਨੂੰ ਪਤਾ ਹੁੰਦਾ ਹੈ। ਜਿਹੜਾ ਮੁੱਦਾ ਐਡਾ ਵੱਡਾ ਸੀ ਔਰ ਸਾਡੇ ਵਰਗੇ ਬੰਦੇ ਜਾਂ ਜਿਹੜੇ ਵੀ ਪ੍ਰਚਾਰਕ ਸੀ ਜਾਂ ਕੁਝ ਮੋਹਤਬਰ ਬੰਦੇ ਉੱਥੇ ਬੈਠੇ ਹੈ ਔਰ ਸਾਰਾ ਪੰਜਾਬ ਬੰਦ ਹੋ ਗਿਆ ਹੈ ਤੇ ਇਹ ਇਕੱਲੇ ਪ੍ਰਸ਼ਾਸਨ ਦਾ ਆਪਣਾ ਨਿੱਜੀ ਫੈਸਲਾ ਨਹੀਂ ਹੋ ਸਕਦਾ। ਸਰਕਾਰ ਤੋਂ, ਉਸ ਵੇਲੇ ਦੇ ਵੱਡੇ ਲੀਡਰਾਂ ਤੋਂ ਪੁੱਛੇ ਬਿਨਾਂ ਲਾਠੀ ਚਾਰਜ ਨਹੀਂ ਹੋ ਸਕਦਾ। ਜੇ ਲਾਠੀ ਚਾਰਜ ਹੋਇਆ, ਜੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਹੈ, ਜੇ ਉੱਥੇ ਜੋ ਵੀ ਹੋਇਆ, ਉਹਦੇ ਵਿੱਚ ਇਹ ਨਹੀਂ ਹੋ ਸਕਦਾ ਕਿ ਉਸ ਵੇਲੇ ਦੇ ਪ੍ਰਮੁੱਖ ਲੀਡਰਾਂ ਨੂੰ ਇਹਦੇ ਬਾਰੇ ਪਤਾ ਨਾ ਹੋਵੇ। ਵੱਡੇ ਅਫਸਰਾਂ ਨੂੰ ਵੀ ਪਤਾ ਸੀ ਤੇ ਮੇਨ ਲੀਡਰਾਂ ਨੂੰ ਵੀ ਪਤਾ ਸੀ, ਕਿਉਂਕਿ ਘਟਨਾ ਵਰਲਡ ਵਾਈਡ ਇਹ ਫੈਲ ਚੁੱਕੀ ਸੀ। ਸਾਰੇ ਸੰਸਾਰ ਪੱਧਰ ਤੇ ਉਹਦਾ ਜ਼ਿਕਰ ਹੋ ਰਿਹਾ ਸੀ। ਕੱਲਾ ਸਿੱਖ ਉਦੋਂ ਰੌਲਾ ਪਾ ਰਿਹਾ ਸੀ, ਤਾਂ ਸਰਕਾਰ ਨੂੰ ਕਿਵੇਂ ਨਹੀਂ ਪਤਾ ਹੋਏਗਾ ਵੀ ਕੀ ਬਰਗਾੜੀ ਵਿੱਚ ਇੰਨੇ ਬੰਦੇ ਬੈਠੇ ਹੈ, ਕੌਣ ਬੰਦੇ ਬੈਠੇ ਹੈ, ਉਹਨਾਂ ਤੇ ਲਾਠੀ ਚਾਰਜ ਹੋਣ ਲੱਗਿਆ। ਇਹ ਉਹਨਾਂ ਨੂੰ ਸਾਰਾ ਪਤਾ ਹੋਏਗਾ, ਅੱਜ ਚਾਹੇ ਉਹ ਮੁੱਕਰ ਜਾਣ। ਕਿੰਨੇ ਸਵਾਲ ਹੈ ਤੁਹਾਡੇ ਕੋਲ ਜਿਹੜੇ ਪੂਰੀ ਪੁੱਛਗਿੱਛ ਦੇ ਵਿੱਚ ਕੀਤੇ ਗਏ ਔਰ ਪੁਰਾਣੀ ਐਸਆਈਟੀ ਤੋਂ ਔਰ ਉਹਨਾਂ ਵਾਲੀ ਐਸਆਈਟੀ ਦੇ ਵਿੱਚ ਕੋਈ ਸਵਾਲਾਂ ਦੇ ਵਿੱਚ ਫਰਕ ਨਜ਼ਰ ਆਇਆ ਤੁਹਾਨੂੰ? ਨਹੀਂ, ਸਵਾਲ ਤਾਂ ਇੱਕੋ ਜਿਹੇ ਹੀ ਹੈ ਸਾਰਿਆਂ ਦੇ ਵੀ ਕੀ ਤੁਸੀਂ ਉੱਥੇ ਜੋ ਹੋਇਆ ਤੁਸੀਂ ਸਾਨੂੰ ਬਿਆਨ ਕਰ ਦਿਓ। ਜੋ ਸਾਡੀਆਂ ਸਟੇਟਮੈਂਟਾਂ ਨੇ ਪਹਿਲਾਂ ਵੀ ਉਹੀ ਸੀ ਤੇ ਅੱਜ ਵੀ ਉਹੀ ਨੇ। ਜੋ ਅਸੀਂ ਉਸ ਵੇਲੇ ਹੋਇਆ ਸੀ ਉਹ ਸੱਚ ਆਪਣਾ ਬਿਆਨ ਕਰ ਦਿੱਤਾ, ਪਹਿਲਾਂ ਵੀ ਕਰਦੇ ਰਹੇ ਆ, ਇਸ ਵਾਰੀ ਵੀ ਕਰਕੇ ਆਏ ਆ। ਹਾਂਜੀ, ਇੰਨੇ ਟਾਈਮ ਦੇ ਵਿੱਚ ਕੋਈ ਸਵਾਲ ਜਵਾਬ ਕਾਫੀ ਕਿੰਨੇ ਕੁ ਸਵਾਲਾਂ ਦੀ ਗਿਣਤੀ ਸੀ?
ਪਹਿਲਾਂ ਕੋਈ ਲਿਸਟ ਲੈ ਕੇ ਬੈਠੇ ਸੀ ਜਾਂ ਗੱਲਾਂ ਦੇ ਨਹੀਂ ਨਹੀਂ, ਇਦਾਂ ਨਹੀਂ, ਉਹ ਖੁੱਲ੍ਹ ਕੇ ਹੌਲੀ ਹੌਲੀ ਸਮਝਣਾ ਚਾਹ ਰਹੇ ਸੀ, ਬਰੀਕੀਆਂ ਕਈ ਗੱਲਾਂ ਦੀਆਂ ਵੀ SGPC ਦਾ ਸਿਸਟਮ ਕੀ ਹੈ, ਜਾਂ ਜਿਹੜੇ ਆਪਾਂ ਕੁਝ ਪ੍ਰਚਾਰਕ ਨੇ ਜਿਹੜੇ ਲੌਜੀਕਲ ਗੱਲ ਕਰਦੇ ਨੇ, ਕੁਝ ਪ੍ਰਚਾਰਕ ਨੇ ਜਿਹੜੇ ਪੁਰਾਣੀਆਂ ਪਰੰਪਰਾਵਾਂ ਨੂੰ ਮੰਨਣ ਵਾਲੇ ਨੇ। ਉੱਥੇ ਧਰਨੇ ਦੇ ਵਿੱਚ ਬੈਠਿਆਂ ਦੇ ਵਿੱਚ ਕੌਣ ਬੰਦੇ ਸੀ ਜਿਹੜੇ ਥੋੜ੍ਹੇ ਜਿਹੇ ਹਟ ਕੇ ਗੱਲ ਕਰਨ ਵਾਲੇ ਨੇ, ਜੋ ਕਿ ਫਿਊਚਰ ਦੇ ਵਿੱਚ ਇੱਕ ਗਰੁੱਪ ਬਣਾ ਕੇ SGPC ਤੇ ਵੱਧ ਸਕਦੇ ਸੀ। ਇਹ ਕਈ ਗੱਲਾਂ ਇਸ ਟਾਈਪ ਦੀਆਂ ਖੁੱਲ੍ਹ ਕੇ ਹੋਈਆਂ ਸੀ। ਬਾਬਾ ਜੀ ਲੱਗਦਾ ਤੁਹਾਨੂੰ ਕਿਹਾ ਜਾਂਦਾ ਕਿ ਗਰਮ ਦਲੀ ਹੈ, ਕੁਝ ਕਿਹਾ ਜਾਂਦਾ ਕਿ ਨਰਮ ਦਲੀ ਹੈ, ਤਾਂ ਕੁਝ ਉਸ ਤਰ੍ਹਾਂ ਦੀ ਗੱਲਬਾਤ ਤੁਹਾਡੇ ਪੁੱਛੀ ਸੀ ਕਿਹੜੇ ਗਰਮ ਦਲ ਦੇ ਤੁਹਾਨੂੰ ਲੱਗ ਰਹੇ ਸੀ? ਨਹੀਂ, ਇੱਦਾਂ ਦੀ ਗੱਲ ਉਹਨਾਂ ਨੇ ਨਹੀਂ ਕੀਤੀ, ਇੱਦਾਂ ਦੀ ਨਹੀਂ ਕੀਤੀ। ਬਸ ਇਹੀ ਕਿਹਾ ਸੀ ਕਿ ਕਿਤੇ ਨਾ ਕਿਤੇ ਉਹ ਗੁੱਸਾ ਕਿਉਂ ਸੀ, ਜੋ ਮੈਂ ਵੀ ਮਹਿਸੂਸ ਕਰਦਾ ਕਿ ਜਿਹੜੇ ਸਾਡੇ ਵਰਗੇ ਬੰਦੇ ਹੈ, ਕੁਝ ਬੰਦੇ ਹੈਗੇ ਹੈ ਪ੍ਰਚਾਰਕ ਜਿਹੜੇ ਹੈ, ਜਿਹੜੀ ਕਿ ਥੋੜ੍ਹੇ ਜਿਹੇ ਲੌਜਿਕ ਨਾਲ ਗੱਲ ਕਰਦੇ ਹੈ, ਯੰਗ ਜਨਰੇਸ਼ਨ ਵੱਲ ਵੇਖ ਕੇ ਵੀ ਜਿਹੜੇ ਉਹਨਾਂ ਨੂੰ ਅਸੀਂ ਧਰਮ ਵਾਲੇ ਪਾਸੇ ਲੈ ਕੇ ਆਈਏ, ਅਤੇ ਉਹਦੇ ਤੋਂ ਸਾਡੇ ਪਰੰਪਰਾਵਾਦੀ ਲੋਕ ਜਿਹੜੇ ਆ ਸਾਰੇ ਦੁਖੀ ਹੈਗੇ ਹੀ ਹੈ। ਜਿਹੜਾ ਗਰੁੱਪ ਉੱਥੇ ਬੈਠਾ ਸੀ, ਇੱਦਾਂ ਕਹਿ ਲਓ ਇਹਨਾਂ ਦੇ ਹਿਸਾਬ ਨਾਲ ਤਾਂ ਬੋਲ ਭੜਕਣੇ, ਉਹ ਹਰ ਗੱਲ ਮੂੰਹ 'ਤੇ ਬੋਲਦੇ ਹੈ, ਖੁੱਲ੍ਹ ਕੇ ਕਹਿ ਦਿੰਦੇ ਆ, ਲੀਡਰਾਂ ਨੂੰ ਵੀ ਕਹਿ ਦਿੰਦੇ ਆ, ਅਤੇ ਇਹਨਾਂ ਨੂੰ ਉਹ ਵੀ ਗੁੱਸਾ ਸੀ ਸਾਡੇ 'ਤੇ। ਬਾਬਾ ਜੀ ਲੱਗਦਾ ਤੁਹਾਨੂੰ ਹੁਣ ਜਿਵੇਂ ਸਿੱਖ ਸੰਗਤ ਇਨਸਾਫ ਚਾਹ ਰਹੀ ਹੈ, ਜਿਹੜੀ ਸਿੱਟ ਬਣਾਈ ਹੈ, ਕਿ ਹੁਣ ਸਿੱਖ ਸੰਗਤ ਨੂੰ ਇਨਸਾਫ ਮਿਲੂਗਾ? ਕਿਉਂਕਿ ਲੰਬਾ ਅਰਸਾ ਤੋਂ ਬਾਅਦ ਇਹ ਸਿੱਟ ਬਣਾਈ ਜਾਂਦੀ ਹੈ, ਹਜੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ। ਜਦੋਂ ਇਹ ਸਿੱਟ ਬਣਾਈ ਹੈ, ਕੋਈ ਲੱਗਦਾ ਇਨਸਾਫ ਮਿਲੂਗਾ ਕੁਝ? ਉਮੀਦ ਜਿਹੜੀ ਪਹਿਲਾਂ ਮੈਂ ਗੱਲ ਕੀਤੀ ਹੈ ਵੀ ਉਮੀਦ 'ਤੇ ਦੁਨੀਆ ਕਾਇਮ ਹੈ, ਉਮੀਦ ਨਹੀਂ ਛੱਡਣੀ ਚਾਹੀਦੀ। ਜੇ ਅੱਜ ਅਸੀਂ ਕਹਿ ਦਈਏ ਜੀ ਸਾਨੂੰ ਇਹਨਾਂ ਤੋਂ ਵੀ ਕੋਈ ਉਮੀਦ ਨਹੀਂ, ਉਹਨਾਂ ਨੇ ਕਹਿਣਾ ਜੀ ਹੁਣ ਤਾਂ ਗਵਾਹ ਹੀ ਨਹੀਂ ਆ ਰਹੇ ਅਤੇ ਅਸੀਂ ਕੀ ਕਰੀਏ। ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਇਹਦਾ ਕੋਈ ਚੰਗਾ ਰਿਜ਼ਲਟ ਨਿਕਲੇਗਾ। ਹਾਂਜੀ, ਉਹ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਜਾਂਦੇ ਨੇ, ਪੰਥ ਨੂੰ ਜਾਂ ਸਿੱਖ ਸੰਗਤ ਨੂੰ ਦੋ ਚਿੱਠੀ ਦੇ ਵਿੱਚ ਪਾਇਆ ਹੋਇਆ, ਉਹ ਇੱਕ ਪਾਸੇ ਨਹੀਂ ਜਾ ਰਹੇ। ਤੁਹਾਨੂੰ ਕੀ ਲੱਗਦਾ ਹੈ ਕਿ ਕਿਵੇਂ ਹੋਣਾ ਚਾਹੀਦਾ, ਇਨਸਾਫ ਕਿਵੇਂ ਮਿਲੂਗਾ, ਜਾਂ ਇਹਦਾ ਪੈਰਾਮੀਟਰ ਕੀ ਹੋਣਾ ਚਾਹੀਦਾ? ਨਹੀਂ, ਪੈਰਾਮੀਟਰ ਤਾਂ ਦੇਖੋ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ ਵੀਰ ਜੀ ਕਿ ਚਾਹੇ ਕੋਈ ਪੱਥਰ 'ਤੇ ਵੀ ਸ਼ਰਧਾ ਬਣਾ ਕੇ ਬੈਠਾ ਨਾ, ਬਲੀਵ ਹੈ, 1000 ਬੰਦਾ ਆਹ ਟੇਬਲ ਨੂੰ ਮੱਥਾ ਟੇਕਦਾ ਹੈ, ਅਤੇ ਮੈਨੂੰ ਨਹੀਂ ਚਾਹੀਦਾ ਕਿ ਮੈਂ ਇਸ ਟੇਬਲ ਨੂੰ ਲੱਤ ਮਾਰਾਂ, ਮੈਂ ਇਹਦੀ ਬੇਅਦਬੀ ਕਰਾਂ, ਕਿਉਂਕਿ ਉਹ ਸਤਿਕਾਰ ਕਰਦਾ ਹੈ। ਮੈਂ ਇਹ ਕਹਿ ਸਕਦਾ ਵੀ ਟੇਬਲ 'ਤੇ ਸ਼ਰਧਾ ਬਣਾਉਣੀ ਮਾੜੀ ਗੱਲ ਹੈ, ਫਰੀਡਮ ਆਫ ਸਪੀਚ ਮੇਰਾ ਹੱਕ ਹੈ, ਪਰ ਬਲੀਵ ਹੈ ਜਿਹੜਾ ਉਹ ਅਗਲੇ ਦਾ ਹੱਕ ਹੈ, ਰਾਈਟ ਹੈ। ਉਹ ਇਹਨੂੰ ਰੱਬ ਮੰਨਣਾ ਚਾਹੁੰਦਾ ਟੇਬਲ ਨੂੰ ਤਾਂ ਮੰਨ ਲਵੇ, ਸਾਨੂੰ ਇਹਦੇ 'ਚ ਕੋਈ ਓਬਜੈਕਸ਼ਨ ਨਹੀਂ ਹੋਣਾ ਚਾਹੀਦਾ। ਮੈਂ ਬੋਲ ਸਕਦਾ, ਮੈਂ ਬਾਂਹ ਨਹੀਂ ਫੜ ਸਕਦਾ ਕਿਸੇ ਦੀ। ਸੋ ਉਹ ਜੋ ਹੋਇਆ ਸੀ ਉਹ ਮਾੜਾ ਸੀ, ਕਿਤੇ ਵੀ ਨਾ ਹੋਵੇ। ਅਤੇ ਇਹ ਹਰ ਇੱਕ ਦੀ ਬਲੀਵ ਦੀ ਰਾਖੀ ਕਰਨਾ ਹਰ ਗੌਰਮੈਂਟ ਦਾ ਫਰਜ਼ ਬਣਦਾ ਹੈ, ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ। ਉਹ ਇਕੱਲਾ ਮੇਰੀ ਗੱਲ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਕਰਕੇ ਕਹਿੰਦੇ ਹਾਂ, ਚਾਹੇ ਉਹ ਕੋਈ ਕਬਰ ਵੀ ਕਿਉਂ ਨਾ ਹੋਵੇ। ਮੈਂ ਟੇਬਲ ਦੀ ਗੱਲ ਕਰ ਰਿਹਾ ਨਾ ਜੀ, ਚਾਹੇ ਕਬਰ ਵੀ ਕਿਉਂ ਨਾ ਹੋਵੇ, ਇਹ ਹੱਕ ਬਣਦਾ, ਸਾਡਾ ਹੱਕ ਹੈ। ਅਸੀਂ ਕਿਸੇ ਚੀਜ਼ ਨੂੰ ਮੰਨਦੇ ਹਾਂ, ਉਹਦੀ ਬੇਅਦਬੀ ਕੋਈ ਨਾ ਕਰੇ। ਸਵਾਲ ਸੀ ਸਾਰੇ ਉਹ ਗੋਲੀकांड ਨਾਲ ਹੀ ਜਿਹੜੇ ਗੋਲੀ ਸਾਹਿਬ ਉਹਦੇ ਸੰਬੰਧਿਤ ਸੀ, ਜਾਂ ਬੇਅਦਬੀ ਬਾਰੇ ਵੀ ਗੱਲਾਂ ਬਾਤਾਂ ਹੋਈਆਂ, ਜਾਂ ਉਹਦੇ ਬਾਰੇ ਵੀ ਸਵਾਲ ਜਵਾਬ ਕੀਤੇ ਗਏ? ਨਹੀਂ, ਜਿਹੜਾ ਮਸਲਾ ਇਹ ਸਿੱਟ ਦਾ ਹੈਗਾ, ਇਹ ਕੋਟਕਪੂਰਾ ਜਿਹੜਾ ਗੋਲੀकांड ਹੋਇਆ ਉਹਦੇ ਬਾਰੇ ਸੀ। ਹਾਂਜੀ, ਬੈਕਗ੍ਰਾਉਂਡ ਜਾਣਨ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਜੀ ਗੋਲੀकांड ਤੋਂ ਇੱਕ ਘਟਨਾ ਹੈ, ਪਰ ਉਹ ਤੋਂ ਪਹਿਲਾਂ ਜਿਹੜੀਆਂ ਲੜੀਵਾਰ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਪੋਸਟਰ ਲਗਾਏ ਗਏ ਪਹਿਲਾਂ ਬੇਅਦਬੀ ਹੁੰਦੀ ਹੈ, ਪੋਸਟਰ ਲਗਾਏ ਜਾਂਦੇ ਨੇ, ਧਰਨੇ ਲੱਗਦੇ ਨੇ, ਉਸ ਤੋਂ ਬਾਅਦ ਐਟ ਦੀ ਐਂਡ ਅਸੀਂ ਕਹਿ ਸਕਦੇ ਕਿ ਗੋਲੀकांड ਦਾ ਜ਼ਿਕਰ ਹੁੰਦਾ ਹੈ। ਤਾਂ ਜਿਹੜੀ ਬੈਕਗਰਾਉਂਡ ਤਿਆਰ ਹੁੰਦੀ ਹੈ, ਉਸ ਦੇ ਬਾਰੇ ਵੀ ਜ਼ਿਕਰ ਅੱਜ ਤੁਹਾਡੇ ਵੱਲੋਂ ਕੀਤਾ ਗਿਆ ਹੈ? ਨਹੀਂ, ਉਹਨਾਂ ਨੇ ਇਹੀ ਪੁੱਛਿਆ ਸੀ ਵੀ ਤੁਸੀਂ ਇਹ ਮਸਲਾ ਹੀ ਐਡਾ ਵੱਡਾ ਕਿਉਂ ਹੋਇਆ। ਮਸਲੇ ਤਾਂ ਪਹਿਲਾਂ ਵੀ ਸੀ, ਪਰ ਮੈਂ ਇਹੀ ਕਹਿਣਾ ਚਾਹੁੰਦਾ ਸੀ ਵੀ ਬੇਅਦਬੀਆਂ ਤਾਂ ਬਹੁਤ ਥਾਵਾਂ 'ਤੇ ਹੁੰਦੀਆਂ ਨੇ, ਅੱਜ ਵੀ ਹੋ ਰਹੀਆਂ ਨੇ, ਪਰ ਉਸ ਵੇਲੇ ਬਕਾਇਦਾ ਇਸ਼ਤਿਹਾਰ ਲਾ ਕੇ, ਪੋਸਟਰ ਛਾਪ ਕੇ, ਚੈਲੰਜ ਕਰਕੇ ਉਹ ਸਾਰਾ ਕੁਝ ਕੀਤਾ ਸੀ। ਜਦੋਂ ਇਸ਼ਤਿਹਾਰ ਲਾ ਦਿੱਤੇ ਗਏ ਸੀ ਤਾਂ ਪ੍ਰਸ਼ਾਸਨ ਨੂੰ ਹਰਕਤ ਵਿੱਚ ਆ ਕੇ ਉਸੇ ਵੇਲੇ ਐਕਸ਼ਨ ਲੈਣਾ ਚਾਹੀਦਾ ਸੀ। ਐਕਸ਼ਨ ਨਹੀਂ ਲਿਆ, ਉਹਨਾਂ ਨੇ ਫਿਰ ਪੱਤਰੇ ਜਿਹੜੇ ਸੀ ਜਗ੍ਹਾ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੇ ਖਿਲਾਰ ਦਿੱਤੇ, ਅਤੇ ਉਹਦੇ ਉੱਤੇ ਉਹਦੇ ਰੋਸ ਵਜੋਂ ਸਾਰਾ ਧਰਨਾ ਲੱਗਾ ਸੀ। ਹਾਂਜੀ ਸਰ, ਪੱਤਰੇ ਖਿਲਾਰ ਦੀ ਜੇ ਤੁਸੀਂ ਗੱਲ ਕਰਦੇ ਹੋ, ਪੋਸਟਰ ਦੀ ਗੱਲ ਕਰਦੇ ਹੋ, ਤਾਂ ਖਾਸ ਤਬਕੇ ਦੇ ਨਾਲ ਜੁੜੇ ਹੋਏ ਲੋਕਾਂ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਕੀ ਲੱਗਦਾ ਹੈ ਕਿ ਉਹਨਾਂ ਦਾ ਵੀ ਇਸ ਚੀਜ਼ ਦੇ ਨਾਲ ਲਿੰਕ ਜੁੜਦਾ ਹੈਗਾ, ਬੇਅਦਬੀ ਦੀ ਘਟਨਾਵਾਂ ਤੋਂ ਲੈ ਕੇ ਗੋਲੀकांड ਤੱਕ ਦਾ ਜ਼ਿਕਰ ਕਰਦੇ? ਹਾਂ, ਉਹ ਤਾਂ ਫਿਰ ਉਹ ਤਾਂ ਸਾਹਮਣੇ ਆਊਗਾ ਹੀ ਜੀ। ਉਹ ਤਾਂ ਜਿੱਦਾਂ ਪਹਿਲਾਂ ਅੱਜ ਤੱਕ ਦੱਸਿਆ ਜਾਂਦਾ ਰਿਹਾ ਹੈ ਕਿ ਸਰਸੇ ਵਾਲਿਆਂ ਦੇ ਜਿਹੜੇ ਪ੍ਰੇਮੀ ਸੀ, ਔਰ ਉਹਨਾਂ ਦਾ ਇਹਦੇ ਵਿੱਚ ਰੋਲ ਹੈਗਾ ਹੈ, ਉਹ ਤਾਂ ਪਤਾ ਲੱਗ ਜਾਣਾ ਆਉਣ ਵਾਲੇ ਸਮੇਂ ਵਿੱਚ। ਬਾਬਾ ਜੀ, ਵਿਰੋਧੀ ਕਹਿ ਰਹੇ ਜਿਹੜੀ ਸਿੱਟ ਬਣਾਈ ਗਈ ਹੈ,
ਵੀ ਪੰਜਾਬ ਸਰਕਾਰ ਨੇ 2022 ਨੂੰ ਲੈ ਕੇ ਜਿਹੜਾ ਆਪਣੀ ਜਿਹੜੀ ਸਟ੍ਰੈਟਜੀ ਤਿਆਰ ਕੀਤੀ ਆ ਉਹ 2022 ਦੇ ਵਿੱਚ ਯੂਜ਼ ਕਰ ਲਈ, ਕੀ ਸਮਝਦੇ ਹੋ? ਕੁਛ ਵੀ ਉਹ ਤਾਂ ਸੋਚਿਆ ਜਾ ਸਕਦਾ ਜੀ, ਉਹ ਤਾਂ ਇੱਕ ਦੂਜੇ ਦੇ ਉੱਤੇ ਰਾਜਨੀਤਿਕ ਪਾਰਟੀਆਂ ਨੂੰ ਕਹਿਣਾ ਹੀ ਹੁੰਦਾ, ਉਹਨਾਂ ਨੇ ਸਾਰੇ ਕਹਿ ਰਹੇ ਆ। ਹਾਂਜੀ 2017 ਦੇ ਇਲੈਕਸ਼ਨ ਦੇ ਵਿੱਚ ਇਹ ਮੁੱਦਾ ਕਾਫੀ ਭਾਰੀ ਰਹੇਗਾ, ਚਾਹੇ ਅਸੀਂ ਡਰੱਗ ਦੀ ਗੱਲ ਕਰੀਏ, ਦੂਸਰਾ ਵਿਅਕਤੀਆਂ ਦਾ ਗੋਲੀ ਕਾਂਡ ਦਾ। 2022 ਦੇ ਇਲੈਕਸ਼ਨ ਆ ਗਏ, ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਕਿ 4 ਹਫ਼ਤਿਆਂ 'ਚ ਇਨਸਾਫ ਦਵਾਵਾਂਗੇ। 22 ਤੋਂ 6 ਮਹੀਨੇ ਪਹਿਲਾਂ ਆ ਕੇ ਫਿਰ ਉਹੀ ਤਰ੍ਹਾਂ ਉਸੇ ਤਰ੍ਹਾਂ ਮੁੱਦੇ ਨੂੰ ਇੱਕ ਵਾਰ ਫਿਰ ਉਛਾਲਿਆ ਜਾ ਰਿਹਾ ਹੈ। ਕੀ ਲੱਗਦਾ ਕਿ ਸਰਕਾਰਾਂ ਵੱਲੋਂ ਵੀ ਇੱਕ ਤਰੀਕੇ ਦੇ ਨਾਲ ਇਲੈਕਸ਼ਨ ਦੇ ਤੌਰ 'ਤੇ ਇਸ ਏਜੰਡੇ ਨੂੰ ਵਰਤਿਆ ਜਾ ਰਿਹਾ? ਨਹੀਂ, ਸਾਰੇ ਏਜੰਡੇ ਇਹਨਾਂ ਨੇ ਵਰਤਨੇ ਹੁੰਦੇ ਆ, ਪਰ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਾਲਾ ਜਿਹੜਾ ਏਜੰਡਾ ਆ ਇਹਨੂੰ ਨਹੀਂ ਵਰਤਣਾ ਚਾਹੀਦਾ। ਜੇ ਇਹਨਾਂ ਨੇ ਕਸਮਾਂ ਖਾਧੀਆਂ ਨੇ ਜਾਂ ਜੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਬਰਗਾੜੀ ਦਾ ਇਨਸਾਫ ਦਿਵਾਵਾਂਗੇ ਤਾਂ ਉਹ ਦੇਣਾ ਚਾਹੀਦਾ ਹੈ। ਬਾਬਾ ਜੀ ਕੀ ਲੱਗਦਾ ਨਵੀਂ ਸੀਟ ਇਨਸਾਫ ਦੇ ਪਾਏਗੀ? 609 ਕੀ ਲੱਗਦਾ ਸੀਟ ਦੀ ਜਿਹੜੀ ਕੰਮਕਾਜ ਹੈ ਤੁਹਾਡੇ ਨਾਲ ਗੱਲਬਾਤ ਕੀਤੀ, ਲੱਗਦਾ ਕੋਈ ਹੈ ਇਹਨਾਂ ਦੇ ਅੰਦਰ ਕੰਮ ਵੀ 609 ਜਿਹੜੇ ਲੋਕ ਨੇ ਉਹਨਾਂ ਨਾਲ ਜੁੜੇ ਹੋਏ ਨੇ ਮਤਲਬ ਇਨਸਾਫ ਦਵਾ? ਮੈਂ ਪਹਿਲਾਂ ਵੀ ਬੋਲ ਚੁੱਕਿਆ ਜੀ ਤੁਹਾਡੇ ਆਉਣ ਤੋਂ ਵੀ ਉਮੀਦ ਤੇ ਦੁਨੀਆ ਕਾਇਮ ਹੈ। ਪਹਿਲਾਂ 3 ਵਾਰ ਅੱਗੇ ਬਿਆਨ ਦੇ ਕੇ ਆਏ ਆ, 3 ਵਾਰ ਸਿੱਟ ਬਣੀ ਹੈ, ਹੁਣ ਚੌਥੀ ਵਾਰ ਬਣੀ ਹੈ, ਤੇ ਇਸ ਕਰਕੇ ਅਸੀਂ ਤਾਂ ਉਮੀਦ ਹੀ ਕਰ ਸਕਦੇ ਹਾਂ। ਹੁਣ ਜੇ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਉਮੀਦ ਕੋਈ ਨਹੀਂ, ਅਸੀਂ ਇਹਨਾਂ ਸਾਹਮਣੇ ਜਾਣਾ ਨਹੀਂ, ਜੇ ਅਸੀਂ ਇਹ ਕਵਾਂਗੇ ਤਾਂ ਫਿਰ ਤਾਂ ਉਹਨਾਂ ਕੋਲ ਖੁੱਲ੍ਹਾ ਸੌਖਾ ਹੋ ਗਿਆ ਉਹਨਾਂ ਲਈ ਵੀ ਗਵਾਹ ਹੀ ਨਹੀਂ ਆਏ, ਅਸੀਂ ਕੀ ਕਰੀਏ, ਸਿੱਟ ਅੱਗੇ ਤੋਂ ਬਣੇਗੀ ਹੋਈ ਨਹੀਂ। ਅਸੀਂ ਆਪਣੀ ਜੋ ਸੱਚ ਉੱਥੇ ਹੋਇਆ, ਜੋ ਵੇਖਿਆ, ਉਹ ਜਾ ਕੇ ਇਹਨਾਂ ਦੇ ਸਾਹਮਣੇ ਰੱਖ ਦਿੰਦੇ ਹਾਂ। ਸਾਰੀ ਦੁਨੀਆ ਵੀ ਵੇਖ ਰਹੀ ਹੈ ਵੀ ਸਿੱਟ ਵੀ ਬਣੀ ਸੀ, ਗਵਾਹ ਭੁਗਤੇ ਸੀ, ਫਿਰ ਸਿੱਟ ਬਣੀ ਸੀ, ਫਿਰ ਗਵਾਹ ਭੁਗਤੇ ਸੀ, ਫਿਰ ਸਿੱਟ ਬਣੀ ਸੀ, ਫਿਰ ਗਵਾਹ ਭੁਗਤੇ ਸੀ, ਹੁਣ ਫਿਰ ਸਿੱਟ ਬਣੀ ਹੈ, ਹੁਣ ਫਿਰ ਗਵਾਹ ਭੁਗਤ ਰਹੇ ਹੈ। ਉਹ ਸਾਰੇ ਲੋਕ ਵੇਖ ਰਹੇ ਹੈ, ਤੇ ਜੇ ਨਹੀਂ ਕੋਈ ਇਨਸਾਫ ਹੋਏਗਾ ਤਾਂ ਵੀ ਲੋਕ ਵੇਖ ਲੈਣਗੇ। ਫਿਰ ਅਗਲੀ ਕਚਹਿਰੀ ਹੁੰਦੀ ਹੈ ਜਨਤਾ ਦੀ ਕਚਹਿਰੀ। ਡੈਮੋਕ੍ਰੇਸੀ ਵਿੱਚ ਇੱਕ ਜੱਜ ਹੈ, ਇੱਕ ਉਹ ਕਚਹਿਰੀ ਲੱਗਦੀ ਹੈ, ਫਿਰ ਜਨਤਾ ਦੀ ਕਚਹਿਰੀ ਲੱਗਦੀ ਹੈ। ਬੇਰਾਵਾਦ ਜਿਹੜੀ ਪੰਜਾਬ ਦੀ ਰਾਜਨੀਤੀ ਨੂੰ ਦਰਜਨੇ ਬੇਰਾਵਾਦ ਨਾਲ ਜੋੜਿਆ, ਹਾਂਜੀ 2022 ਦੀਆਂ ਚੋਣਾਂ ਇੱਕ ਜਿੱਤਣੀਆਂ, ਹਾਂਜੀ ਕਿੱਦਾਂ ਦੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ, ਕਿੱਦਾਂ ਦਾ ਲੋਕਤੰਤਰ ਕਿੱਦਾਂ ਦਾ ਹੋਣਾ ਚਾਹੀਦਾ? ਹਾਂ, ਲੋਕਤੰਤਰ ਵਾਸਤੇ ਤਾਂ ਗੱਲ ਕਲੀਅਰ ਹੈ ਜੀ ਕਿ ਅਸੀਂ ਖੁਦ ਸਿਆਣੇ ਹੋਈਏ, ਚਾਹੇ ਉਹ ਕੋਈ ਹੋਵੇ, ਅਸੀਂ ਬੋਤਲਾਂ ਦੇ ਉੱਤੇ ਨਾ ਵਿਕੀਏ, ਆਪਣੇ ਆਪ ਨੂੰ ਨਾ ਵੇਚੀਏ। ਜਦੋਂ ਅਸੀਂ ਆਪਣੀ ਵੋਟ ਵੇਚ ਦਿੰਦੇ ਹਾਂ ਤਾਂ ਆਪਣੀ ਜ਼ਮੀਰ ਵੇਚ ਦਿੰਦੇ ਹਾਂ। ਸਾਨੂੰ ਸੋਚਣਾ ਚਾਹੀਦਾ, ਸਮਝਦਾਰ, ਇਮਾਨਦਾਰ, ਮਿਹਨਤੀ ਲੀਡਰ ਜਿਹੜੇ ਹੈ ਉਹ ਅੱਗੇ ਲੈ ਕੇ ਆਉਣੇ ਚਾਹੀਦੇ ਆ, ਜਿਹੜੇ ਸਾਡਾ ਲੋਕਾਂ ਦਾ ਭਲਾ ਕਰ ਸਕਣ, ਕੁਝ ਕਰ ਸਕਣ। ਹਾਂਜੀ, ਜਿਹੜਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਕਣ, ਲੋਕਾਂ ਨੂੰ ਭਿਖਾਰੀ ਬਣਾਉਣ ਦੀ ਬਜਾਏ ਰੁਜ਼ਗਾਰ ਦਿੱਤਾ ਜਾਵੇ। ਅਗਲਾ ਇੱਜ਼ਤ ਨਾਲ, ਅਣਖ ਨਾਲ ਭਿਖਾਰੀ ਬਣ ਕੇ ਨਹੀਂ, ਇੱਜ਼ਤਦਾਰ ਬਣ ਕੇ, ਸਿਰ ਉੱਚਾ ਕਰਕੇ ਆਪਣੀ ਜ਼ਿੰਦਗੀ ਜੀਵੇ। ਬੱਚਿਆਂ ਨੂੰ ਰੁਜ਼ਗਾਰ ਜਿਹੜੀ ਵੀ ਪਾਰਟੀ ਦਿੰਦੀ ਹੈ ਜਾਂ ਜਿਹੜੇ ਵੀ ਬੰਦੇ ਅੱਗੇ ਲੱਗਦੇ ਆ ਉਹਨਾਂ ਨੂੰ ਅੱਗੇ ਲਾਉਣਾ ਚਾਹੀਦਾ ਸਾਨੂੰ। ਬਾਕੀ ਇਹ ਲੋਕਾਂ ਨੇ ਸੋਚਣਾ ਕਿ ਉਹ ਆਪ ਸਿਆਣੇ ਬਣਨ ਔਰ ਸਿਆਣੇ ਲੀਡਰ ਚੁਣ। ਅਸੀਂ ਉੱਦਾਂ ਦੀ ਸਰਕਾਰ ਹੀ ਸਾਨੂੰ ਮਿਲਦੀ ਹੈ ਜਿੱਦਾਂ ਦਾ ਅਸੀਂ ਡਿਜ਼ਰਵ ਕਰਦੇ ਹਾਂ। ਹਰ ਕੌਮ ਨੂੰ, ਹਰ ਦੇਸ਼ ਨੂੰ ਉੱਦਾਂ ਦੀ ਸਰਕਾਰ ਹੀ ਮਿਲਦੀ ਹੈ ਜਿੱਦਾਂ ਦੀ ਲੋਕ ਡਿਜ਼ਰਵ ਕਰਦੇ ਹੈ। ਜੇ ਅਸੀਂ ਕਹਿੰਦੇ ਹਾਂ ਸਾਡੀਆਂ ਸਰਕਾਰਾਂ ਮਾੜੀਆਂ ਰਹੀਆਂ ਨੇ, ਇਹਦਾ ਮਤਲਬ ਜਿਨ੍ਹਾਂ ਨੇ ਚੁਣੇ ਨੇ ਉਹ ਮਾੜੇ ਹਨ। ਤੇ ਜੇ ਉਹ ਚਾਹੁੰਦੇ ਹੈ ਕਿ ਸਰਕਾਰਾਂ ਚੰਗੀਆਂ ਹੋਣ, ਸਿਸਟਮ ਚੰਗਾ ਹੋਵੇ, ਤੇ ਆਪ ਚੰਗੇ ਬਣਨਾ ਪੈਣਾ। ਬੋਤਲਾਂ ਤੇ ਵਿਕਣਾ ਛੱਡ ਦਈਏ, ਅਸੀਂ ਖੁਦ ਸੋਚੀਏ, ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚੀਏ ਤੇ ਪੰਜਾਬ ਬਾਰੇ ਸੋਚੀਏ। ਬਾਬਾ ਜੀ ਦੀਵਾਨ ਬਾਰੇ ਕੋਈ ਹੈ ਕੋਈ ਪਲਾਨ, ਕੋਈ ਦੀਵਾਨ ਤੁਸੀਂ ਪਿੱਛੇ ਬੰਦ ਕਰਦੇ ਗਏ ਸੀ? ਹਾਂਜੀ, ਹੈ ਕੋਈ ਦੀਵਾਨ? ਨਹੀਂ ਦੇਖੋ, ਜੇ ਮੇਰੇ ਜਾਣ ਕਰਕੇ ਸਾਡਾ ਟਕਸਾਲੀ ਗਰੁੱਪ ਰੌਲਾ ਪਾਉਂਦਾ ਹੈ, ਪੱਗਾਂ ਲਾਉਂਦਾ ਹੈ, ਤੇ 1000 ਬੰਦਾ ਪੁਲਿਸ ਦਾ ਲੱਗਦਾ ਹੈ, ਉਹ ਮੈਨੂੰ ਨਹੀਂ ਲੱਗਦਾ ਕਿ ਮੈਂ ਇਹੋ ਜਿਹੇ ਮਾਹੌਲ ਵਿੱਚ ਪ੍ਰੋਗਰਾਮ ਕਰ ਸਕਦਾ। ਤੁਹਾਡੇ ਸੋਸ਼ਲ ਮੀਡੀਆ ਦੇ ਲੋਕ ਕਹਿੰਦੇ ਨੇ ਮੇਰਾ ਦੀਵਾਨ ਲੱਗੋ, ਬਹੁਤ ਮੈਨੂੰ ਤਾਂ ਬਹੁਤ ਕਹਿੰਦੇ ਨੇ ਕਿ ਤੁਸੀਂ ਪ੍ਰੋਗਰਾਮ ਕਰੋ, ਪਰ ਮੈਂ ਆਪਣਾ ਪ੍ਰੋਗਰਾਮ ਇੱਥੇ ਕਰਦਾ। ਮੈਂ ਨਹੀਂ ਚਾਹੁੰਦਾ ਕਿ ਕਿਸੇ ਸਿੱਖ ਦਾ ਕਤਲ ਹੋਵੇ, ਕੋਈ ਰੌਲਾ ਪਵੇ, ਕੋਈ ਲੜਾਈ ਪਵੇ। ਉਹਦੇ ਨਾਲੋਂ ਚੰਗਾ ਤੁਸੀਂ ਆਪਣੇ ਘਰ ਬੈਠ ਜਾਓ। ਮੈਂ ਆਪਣੇ ਘਰ ਬੈਠਾ ਇੱਥੇ ਆਪਣਾ ਪ੍ਰੋਗਰਾਮ ਕਰ ਲੈਂਦਾ, ਪਰ ਜੇ ਮੈਂ ਜਾਊਂਗਾ ਤਾਂ ਕੋਈ ਰੌਲਾ ਪਊਗਾ, ਰੌਲਾ ਪਏਗਾ ਤਾਂ ਸਿੱਖ ਲੜਦੇ ਚੰਗੇ ਨਹੀਂ ਲੱਗਦੇ। ਇੱਕ ਮਸਲਾ ਹੋਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਗਰਮਾਇਆ ਹੋਇਆ ਹੈ ਕਿ ਕਿਸੇ ਦੇ ਕੋਲ ਵੱਡੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਬਰਾਮਦ ਹੋਏ ਨੇ, ਉਹਨਾਂ ਦਾ ਜਿਹੜਾ ਲਿੰਕ ਜੋੜਿਆ ਜਾ ਰਿਹਾ ਪਰਮੇਸ਼ਰ ਦਵਾਰ ਦੇ ਨਾਲ ਜੋੜਿਆ ਜਾ ਰਿਹਾ। ਹਾਂਜੀ, ਕਿਵੇਂ ਦੇਖਦੇ ਹੋ? ਹੁਣ ਇੱਥੇ ਤੁਸੀਂ ਸਾਰੇ ਬੰਦੇ ਆਏ ਹੋਏ ਬੈਠੇ ਹੋ ਮੇਰੇ ਕੋਲ, ਤੁਹਾਡੇ ਵਿੱਚੋਂ ਕੱਲ੍ਹ ਨੂੰ ਕੋਈ ਬਲਾਤਕਾਰ ਦੇ ਵਿੱਚ ਫਸ ਜਾਂਦਾ, ਉਹਦੇ ਵਿੱਚ ਮੈਂ ਦੋਸ਼ੀ ਨਹੀਂ ਨਾ ਹੋ ਜਾਂਦਾ। ਕੋਈ ਵੀ ਵੀਰ ਮੇਰੇ ਨਾਲ ਸਿਕਿਉਰਿਟੀ ਕਰਨ ਆ ਸਕਦਾ ਹੈ, ਸੇਵਾ ਕਰਨ ਵਾਸਤੇ ਆ ਸਕਦਾ ਹੈ। ਉਸ ਤੋਂ ਬਾਅਦ ਉਸ ਬੰਦੇ ਦਾ ਅੱਗੇ ਭਤੀਜਾ ਡੱਗ ਵਿੱਚ ਫਸ ਜਾਂਦਾ ਹੈ, ਤਾਂ ਇਹਦਾ ਮਤਲਬ ਉਹ ਦੋਸ਼ੀ ਨਹੀਂ ਜਾਂ ਫਿਰ ਮੈਂ ਦੋਸ਼ੀ ਨਹੀਂ ਹੋ ਜਾਂਦਾ।
ਬਾਕੀ ਅੰਡਰ ਟਰਾਇਲ ਹੈ, ਜੇ ਉਹ ਬੰਦੇ ਨੇ ਗਲਤੀ ਕੀਤੀ ਹੋਏਗੀ ਉਹਦੀ ਉਹਨੂੰ ਸਜ਼ਾ ਮਿਲ ਜਾਏਗੀ, ਤੇ ਜੇ ਠੀਕ ਹੋਏਗਾ ਤਾਂ ਬਚ ਕੇ ਨਿਕਲ ਆਏਗਾ। ਇਹਦੇ ਵਿੱਚ ਆਪਾਂ ਦੋਸ਼ੀ ਨਹੀਂ ਹੁੰਦੇ। ਹਜ਼ਾਰਾਂ ਲੋਕ ਫੋਟੋਆਂ ਖਿਚਾਉਂਦੇ ਐ, ਆਪਾਂ ਕੱਲੇ ਕੱਲੇ ਦੀ ਇਦਾਂ ਥੋੜਾ ਕਰਦੇ ਆ ਵੀ ਤੂੰ ਕਿੱਥੋਂ ਆਇਆ ਹੈ ਜਾਂ ਕੱਲ ਨੂੰ ਤੂੰ ਕੀ ਕਰੇਗਾ, ਆਪਾਂ ਗਰੰਟੀ ਨਹੀਂ ਲੈ ਸਕਦੇ। ਮੈਂ ਆਪਣੇ ਸਕੇ ਭਰਾ ਭਤੀਜੇ ਦੀ ਵੀ ਗਰੰਟੀ ਨਹੀਂ ਲੈ ਸਕਦਾ, ਮੈਂ ਬਾਹਰਲਿਆਂ ਦੀ, ਮੈਂ ਆਪਣੀ ਗੱਲ ਕਰ ਸਕਦਾ, ਆਪਣੇ ਭਰਾ ਦੀ ਵੀ ਗੱਲ ਨਹੀਂ ਕਰ ਸਕਦਾ। ਇੱਕ ਤੁਸੀਂ ਗੱਲ ਕੀਤੀ ਕਿ ਟਕਸਾਲ ਬਾਰੇ ਗੱਲ ਕੀਤੀ ਜਾਂ ਤੁਹਾਡਾ ਆਪਸ ਵਿੱਚ ਜਿਹੜਾ ਵਿਵਾਦ ਚੱਲ ਰਿਹਾ ਕਿ ਦੋਵੇਂ ਤਰ੍ਹਾਂ ਦੇ ਵੱਲੋਂ ਕਦੇ ਕੋਸ਼ਿਸ਼ ਨਹੀਂ ਕੀਤੀ ਗਈ ਕਿ ਹਾਂ ਇੱਕ ਬੈਠ ਕੇ ਸਿਰ ਜੋੜ ਕੇ ਬੈਠ ਕੇ ਇਹਨਾਂ ਮਸਲਿਆਂ ਨੂੰ ਸੁਲਝਾਇਆ ਜਾਵੇ ਕਿ ਸਾਡਾ ਆਪਸ ਦੇ ਵਿੱਚ ਰੌਲਾ ਕੀ ਹੈ। ਕੋਈ ਲੋਕ ਦੋ ਜਿੱਤੀ ਦੇ ਵਿੱਚ ਪੈ ਰਹੇ ਨੇ ਕਿ ਸਹੀ ਕੌਣ ਹੈ, ਤੁਸੀਂ ਸਹੀ ਕਹਿ ਰਹੇ ਹੋ, ਟਕਸਾਲ ਸਹੀ ਕਹਿ ਰਹੀ ਹੈ, ਨਿਹੰਗ ਸਿੰਘ ਜਥੇਬੰਦੀਆਂ ਪਰ ਕਤਲ, ਮੇਰੀ ਸੁਣਿਓ ਗੱਲ, ਵਿਚਾਰਾਂ ਦੇ ਮਤਭੇਦ ਲੱਖ ਹੋ ਸਕਦੇ ਨੇ, ਪਰ ਬੰਦਾ ਮਾਰਨਾ ਤਾਂ ਕਦੇ ਵੀ ਸਹੀ ਨਹੀਂ। ਕਿਸੇ ਦਾ ਬੰਦਾ ਮਾਰਨਾ ਤਾਂ ਸਹੀ ਨਹੀਂ। ਛਬੀਲ ਲਾ ਕੇ ਸ਼ਰੇਆਮ ਬੰਦਾ ਮਾਰਨਾ ਤਾਂ ਗਲਤ ਰਹੂਗਾ ਨਾ ਜੀ। ਤੇ ਆਪਾਂ ਇਦਾਂ ਦਾ ਕੋਈ ਕੰਮ ਕੀਤਾ ਅੱਜ ਤੱਕ ਨਹੀਂ ਕੀਤਾ। ਸਿੱਖ ਲੜਨਾ ਪੈਣ, ਆਪਾਂ ਸਟੇਜਾਂ ਵੀ ਛੱਡਤੀਆਂ, ਦੀਵਾਨ ਵੀ ਬੰਦ ਕਰਤੇ, ਮੈਂ ਆਪਣੇ ਘਰ ਬਹਿ ਗਿਆ, ਸਭ ਕੁਝ ਛੱਡ ਕੇ ਘਰ ਬੈਠ ਗਿਆ ਨਾ। ਪਰ ਇਸ ਕਰਕੇ ਇਹਨੂੰ ਅਸੀਂ ਬਰਾਬਰ ਦੀ ਲੜਾਈ ਨਹੀਂ ਕਰ ਸਕਦੇ। ਇੱਕ ਹਮਲਾਵਰ ਧਿਰ ਹੈ, ਹਮਲਾ ਕਰਦੀ ਹੈ ਬਾਰ-ਬਾਰ, ਇੱਕ ਪੀੜਤ ਧਿਰ ਹੈ ਜਿਹਦੇ ਨਾਲ ਧੱਕਾ ਕੀਤਾ ਜਾਂਦਾ ਹੈ। ਇੱਕ ਤਾਂ ਅਸੀਂ ਇਹਨੂੰ ਬਰਾਬਰ ਨਹੀਂ ਕਰ ਸਕਦੇ। ਦੂਸਰੀ ਗੱਲ ਇਹ ਹੈ, ਸਮਝੌਤਾ ਹੀ ਸਮਝੌਤਾ। ਮੈਂ ਦੇਖੋ ਸਾਰੇ ਚੈਨਲਾਂ ਤੇ ਬੋਲ ਰਿਹਾ, ਉਸ ਵੇਲੇ ਦੀ ਸਾਰੀ ਸਰਕਾਰ ਮੇਰੇ ਕੋਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਭਾਈ ਸਾਹਿਬ ਚਲੋ ਟਕਸਾਲ ਨਾਲ ਸਮਝੌਤਾ ਕਰ ਲਓ। ਮੇਰੀ ਸਟੇਟਮੈਂਟ ਉਦੋਂ ਵੀ ਇਹ ਸੀ ਤੇ ਅੱਜ ਵੀ ਇਹ ਹੈ। ਉਹਨਾਂ ਨੂੰ ਸਪਸ਼ਟ ਰੂਪ ਵਿੱਚ ਕਹਿਣਾ ਚਾਹੀਦਾ ਹੈ ਕਿ ਸਾਡੇ ਤੋਂ ਬੰਦਾ ਮਾਰਨ ਵਾਲੀ ਗਲਤੀ ਹੋਈ ਸੀ, ਉਹ ਗਲਤੀ ਮੰਨ ਲੈਣਗੇ ਤੇ ਸਮਝੌਤਾ ਹੀ ਸਮਝੌਤਾ। ਹੁਣ ਜੇ ਆਪਾਂ ਕਹੀਏ ਵੀ ਅਗਲੇ ਨੇ ਗਲਤੀ ਵੀ ਨਹੀਂ ਮੰਨਣੀ, ਬੰਦਾ ਵੀ ਮਾਰੂਗਾ ਤੇ ਰਣਜੀਤ ਸਿੰਘ ਜਾ ਕੇ ਸਮਝੌਤਾ ਕਰ ਲਵੇ, ਫਿਰ ਇੰਨਾ ਤੱਕ ਇੰਨਾ ਨੀਵਾਂ ਨਹੀਂ ਹੋਇਆ ਜਾ ਸਕਦਾ। ਹਾਂ, ਉਹ ਕਹਿਣ ਵੀ ਸਾਥੋਂ ਗਲਤੀ ਹੋ ਗਈ, ਆਪਾਂ ਕਹਾਂਗੇ ਆਪਾਂ ਭਰਾ ਠੀਕ ਹੈ, ਤੁਸੀਂ ਗਲਤੀ ਮੰਨੀ, ਵਧੀਆ ਗੱਲ ਹੈ ਜੀ। ਹੁਣ ਤਾਂ ਪੰਥਕ ਧਿਰਾਂ ਕੱਲੀਆਂ ਰਹਿ ਗਈਆਂ, ਮੈਂ ਤਾਂ ਅਲੱਗ ਹੋ ਗਿਆ। ਮੈਨੂੰ ਤਾਂ ਉਹਨਾਂ ਨੇ ਕਹਿ ਦਿੱਤਾ ਨਾ ਇਹਨੂੰ ਸੁਣੋ ਨਾ ਇਹਨੂੰ ਸ਼ੇਅਰ ਕਰੋ। ਮੈਨੂੰ ਤਾਂ ਪੰਥ ਵਿੱਚ ਗਿਣਦੇ ਹੀ ਨਹੀਂ, ਮੈਨੂੰ ਤਾਂ ਪੰਥ ਦਾ ਹਿੱਸਾ ਹੀ ਨਹੀਂ ਗਿਣਦੇ। ਅਕਾਲ ਤਖਤ ਸਾਹਿਬ ਨੇ ਕਿਹਾ ਹੈ ਵੀ ਇਹਨੂੰ ਸੁਣਿਆ ਨਾ ਜਾਵੇ, ਇਹਨੂੰ ਸ਼ੇਅਰ ਨਾ ਕੀਤਾ ਜਾਵੇ। ਮੈਂ ਆਪਣੇ ਤਰੀਕੇ ਨਾਲ ਆਪਣੀ ਗੱਲ ਕਰਦਾ। ਜਿਹੜਾ ਪੰਥ ਬਚਿਆ ਆ, ਜਿਹੜਾ ਅਸਲ ਪੰਥ ਹੈ ਅੱਜ, ਉਹ ਪੰਥ ਨੂੰ ਚਾਹੀਦਾ ਕਿ ਇਹਦਾ ਹੱਲ ਕਰ ਲੈ। ਮੈਨੂੰ ਤਾਂ ਉਹ ਗਿਣਦੇ ਹੀ ਨਹੀਂ ਨਾ ਵਿੱਚ। ਅਕਸਰ ਕਿਹਾ ਜਾਂਦਾ ਹੈ ਜਥੇਦਾਰ ਦੇਖੋ, ਜੇ ਬਾਬੇ ਜਰਨੈਲ ਸਿੰਘ ਹੁਣਾਂ ਨੇ ਕੋਈ ਗੱਲ ਕੀਤੀ ਸੀ ਤਾਂ ਉਹਨਾਂ ਦੇ ਬਿਆਨ ਦੀ ਕੋਈ ਵੈਲਿਊ ਹੋਊਗੀ, ਪਰ ਜਿਹੜੇ ਜਥੇਦਾਰ ਨੇ ਇਹਨਾਂ ਦੇ ਬਿਆਨ ਦੀ ਵੈਲਿਊ ਕੀ ਹੈ? ਅੱਜ ਬਿਆਨ ਦਿੰਦੇ ਨੇ, ਕੱਲ੍ਹ ਨੂੰ ਕਹਿਣਗੇ ਮੈਂ ਵਾਪਸ ਲੈ ਲਿਆ, ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰਤਾ। ਇਹਨਾਂ ਦੇ ਬਿਆਨ ਦੀ ਕੋਈ ਵੈਲਿਊ ਨਹੀਂ ਹੈਗੀ। ਔਰ ਇੱਦਾਂ ਕੀਤਾ ਸੀ ਉਹਨਾਂ ਨੇ, ਉਹ ਜਿਹੜਾ ਬਿਆਨ ਦਿੱਤਾ ਸੀ ਉਹ ਬਿਆਨ ਇਹਨਾਂ ਨੇ ਵਾਪਸ ਲੈ ਲਿਆ ਸੀ। ਆਰਐਸਐਸ ਮੁਤਾਬਕ ਨਹੀਂ, ਇੱਦਾਂ ਦੀ ਗੱਲ ਚਾਹੇ ਕੋਈ ਵੀ ਹੈ, ਆਰਐਸਐਸ ਦੀਆਂ ਜਿਹੜੀਆਂ ਇੱਦਾਂ ਦੀਆਂ ਨੀਤੀਆਂ, ਇੱਕ ਰਾਸ਼ਟਰਵਾਦ ਬਣਾਉਣਾ ਜਾਂ ਇੱਕੋ ਹੀ ਹਿੰਦੂ ਰਾਸ਼ਟਰ, ਇਹ ਠੀਕ ਨਹੀਂ ਗੱਲਾਂ। ਇੱਥੇ ਬਹੁ ਗਿਣਤੀ ਲੋਕ ਰਹਿੰਦੇ ਹੈ, ਬਹੁ ਧਰਮੀ ਲੋਕ ਰਹਿੰਦੇ ਹੈ, ਵੱਖਰੇ ਵੱਖਰੇ ਢੰਗਾਂ ਨਾਲ ਉਹਨਾਂ ਨੂੰ ਜਿਉਣ ਦਾ ਹੱਕ ਹੋਣਾ ਚਾਹੀਦਾ ਹੈ। ਕੋਈ ਵੀ ਬੰਦਾ ਜਿਹੜਾ ਇੱਦਾਂ ਦੀ ਕੱਟੜ ਸੋਚ ਰੱਖ ਕੇ ਬੈਠਾ ਹੈ, ਚਾਹੇ ਉਹ ਕੋਈ ਮੋਹਨ ਭਾਗਵਤ ਹੈ ਤੇ ਚਾਹੇ ਉਹ ਕੋਈ ਸਾਡਾ ਸਿੱਖ ਹੈ ਜਿਹੜਾ ਇੱਕ ਨੂੰ ਚਾਹੁੰਦਾ ਬਾਕੀ ਸਾਰੇ ਖਤਮ ਹੋ ਜਾਣ, ਇਹ ਸੋਚ ਠੀਕ ਨਹੀਂ।